मैं हर हर खर चलाया बन पल्ले। मैं हर हर खर चलाया बन पल्ले। मेरा प्राण सखाई सदा नाल चले। गुरपुरे हर नाम जिरड़ाया। गुरपुरे हर नाम जिरड़ाया। हर नेह चल हर तन पल्ले जियो। हर नेह चल हर तन पल्ले जियो। और है ना सका बिन देखे प्रीतमा। और है ना सका बिन देखे प्रीतमा। हर हर सज्जन मेरा प्रीतम राया। कोई आन मिलावे मेरे प्राण जीवाया। और रह ना सका बिन देखे प्रीतमा। मैं नीर वह मैं चले जियो। मैं नीर वह मैं चले जियो। और है ना सका बिन देखे प्रीतमा। और है ना सका बिन देखे प्रीतमा। सतगुर मित्र मेरा बाल सखाई। सतगुर मित्र मेरा बाल सखाई। और रह ना सका बिन देखे मेरी माई। और रह ना सका बिन देखे मेरी माई। हर जियो कृपा करो गुर मेलो। जन नानक हर तन पल्ले जियो। जन नानक हर तन पल्ले जियो। और है ना सका बिन देखे प्रीतमा। और है ना सका बिन देखे प्रीतमा। मैं नीर वह मैं चले जियो। मैं नीर वह मैं चले जियो। और है ना सका बिन देखे प्रीतमा। और है ना सका बिन देखे प्रीतमा। मन लोचदा तरस दिया यकिया। तेरे आदेदार आनो मन लोचदा तरस दिया यकिया। तेरे आदेदार आनो। तेरे आदि दीदार आनो। तेरे आदि
ਸਤਿਗੁਰ ਦੇ ਦਾਰਿਆਂ ਨੂੰ। ਮਨ ਲੋਚਦਾ ਤਰਸ ਦੀਆਂ ਅੱਖੀਆਂ, ਤਰਸ ਦੀਆਂ ਅੱਖੀਆਂ ਤੇਰਿਆਂ ਦੀਦਾਰਿਆਂ। ਲੋਚਦਾ ਤਰਸ ਦੀਆਂ ਅੱਖੀਆਂ ਤੇਰਿਆਂ ਦੀਦਾਰਿਆਂ ਨੂੰ। हर जुग जुग भगतों पाया, पैज रखदा आया राम राधे। अहंकारी आनंद का पेट ने नाम देव मुख लाया, मुख लाया। वाहिगुरु श्री वाहिगुरु जी। निश्चा तरह इहाँ लग आए। ਬਾਲਾ ਪ੍ਰੀਤਮ ਨੇ ਸੰਗਤਾਂ ਨੂੰ ਹੁਕਮ ਕਰ ਦਿੱਤਾ ਵੀ ਜਿਹੜਾ ਯਕੀਨ ਭਰੋਸਾ ਮਨ ਦੇ ਵਿੱਚ ਧਾਰਨ ਕਰਕੇ ਇੱਥੋਂ ਤੱਕ ਪਹੁੰਚੇਗਾ। ਆਗੇ ਤਰਹਿ ਨਹੀਂ ਪੁੰਨ ਪਾਏ। ਸਾਡਾ ਹੁਕਮ ਮੰਨਦਿਆਂ ਹੋਇਆਂ ਕਿਸੇ ਵੀ ਪ੍ਰੇਮੀ ਨੇ ਇਸ ਛੋਟੀ ਜੀ ਟਹਿਰੀ ਤੋਂ ਅੱਗੇ ਨਹੀਂ ਲੱਗਣਾ ਹੈ। ਜੋ ਹਮ ਦਰਸ਼ਨ ਲਾਭ ਵਿਸਾਲੇ। ਤੇ ਜਿਹੜਾ ਲਾਭ ਜਿਹੜਾ ਫਾਇਦਾ ਸਾਡੇ ਦਰਸ਼ਨ ਦੀਦਾਰੇ ਕਰਕੇ ਸੰਗਤਾਂ ਨੂੰ ਪ੍ਰਾਪਤ ਹੋਇਆ ਕਰਦਾ ਸੀ। ਇਸ ਥਲ ਦਰਸੇ ਲਹਿ ਹੈ ਸੁਖਾਲੇ। ਇਸ ਛੋਟੀ ਜੀ ਟਹਿਰੀ ਦੇ ਦਰਸ਼ਨ ਕਰਕੇ ਪ੍ਰੇਮੀਆਂ ਗੁਰ ਸਿੱਖਾਂ ਨੇ ਉਤਨਾ ਹੀ ਲਾਭ ਪ੍ਰਾਪਤ ਕਰ ਲੈਣਾ ਹੈ। ਹਮਰੀ ਆਗਿਆ ਕਉ ਇਮ ਜਾਣੈ। ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਇਹ ਆਪਣੇ ਵੱਲੋਂ ਸੰਗਤਾਂ ਨੂੰ ਗੁਰ ਸਿੱਖਾਂ ਨੂੰ ਆਗਿਆ ਹੁਕਮ ਕਰ ਦਿੱਤਾ ਸੀ। ਇਸ ਥਲ ਤੇ ਨਹਿ ਅਗਰ ਪਿਆਨੈ। ਭਾਈ ਇਸ ਸਥਾਨ ਤੋਂ ਅੱਗੇ ਜਾਣ ਵਾਸਤੇ ਕਿਸੇ ਵੀ ਪ੍ਰੇਮੀ ਨੇ ਕੋਈ ਆਪਣੇ ਵੱਲੋਂ ਖੇਚਲ ਨਹੀਂ ਕਰਨੀ ਹੈ। ਜਿਮ ਹਮ ਸੋ ਮਿਲ ਪ੍ਰੇਮ ਵਡਾਏ। ਜਿਵੇਂ ਸੰਗਤ ਸਾਨੂੰ ਮਿਲ ਕਰਕੇ ਮਨ ਦੇ ਵਿੱਚ ਬੜਾ ਹੀ ਪ੍ਰੇਮ ਵਧਾਉਂਦੀਆਂ ਹਨ। ਤਿਮ ਇਸ ਥਲ ਤੇ ਫਲ ਕੋ ਪਾਏ। ਜਿਹੜਾ ਵੀ ਕੋਈ ਮਾਈ ਪਾਈ ਇਸ ਸਥਾਨ ਦੇ ਆ ਕਰਕੇ ਦਰਸ਼ਨ ਕਰ ਲਊ ਤੇ ਉਤਨਾ ਹੀ ਲਾਭ ਤੇ ਉਤਨਾ ਪ੍ਰੇਮ ਉਹਨਾਂ ਦੇ ਹਿਰਦੇ ਦੇ ਅੰਦਰ ਵੱਧ ਜਾਣਾ ਹੈ। ਗਨ ਸਿੱਖਨ ਸੁਖ ਦੇਵੇ ਕਾਰਨ। ਧੰਨ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਆਪਣੇ ਪੈਰੋਕਾਰ ਆਪਣੇ ਗੁਰ ਸਿੱਖਾਂ ਨੂੰ ਬੜੇ ਸੁੱਖ ਦੇਣ ਦੇ ਲਈ ਵੀਰ ਸੰਗਤਾਂ ਨੂੰ ਕਿਤਾ ਬੜੀ ਖੇਚਲ ਬੜੀ ਤਕਲੀਫ ਝੱਲਣੀ ਪੈਂਦੀ ਹੈ। ਪਤਾ ਨਹੀਂ ਕਿੱਥੋਂ ਗੁਰ ਸਿੱਖਾਂ ਦੇ ਵੱਡੇ ਵੱਡੇ ਵਹੀਰ ਮਹਾਰਾਜ ਦਾ ਦਰਸ਼ਨ ਕਰਨ ਦੇ ਲਈ ਆਪੋ ਆਪਣੇ ਇਲਾਕਿਆਂ 'ਚੋਂ ਚੱਲੇ ਹੋਏ ਸੀ। ਉਹਨਾਂ ਨੂੰ ਸੁੱਖ ਦੇਣ ਵਾਸਤੇ ਮਹਾਰਾਜ ਨੇ ਇੱਥੇ ਹੀ ਇਸ ਛੋਟੀ ਜੀ ਟਹਿਰੀ ਦੇ ਦਰਸ਼ਨ ਕਰਨ ਵਾਸਤੇ ਆਗਿਆ ਕਰ ਦਿੱਤੀ ਹੈ। ਸਭਨ ਸੁਨਾਵਤ ਕੀਨ ਉਚਾਰਨ। ਇਹ ਬਚਨ ਬਾਲਾ ਪ੍ਰੀਤਮ ਨੇ ਸਾਰਿਆਂ ਨੂੰ ਸੁਣਾਉਂਦਿਆਂ ਹੋਏ ਆਪਣੀ ਰਸਨਾ ਤੋਂ ਕੀਤੇ ਸਨ। ਇੱਕ ਨਿਸ਼ਾਨ ਤਹਿ ਖਰੋ ਕਰਾਏ। ਉਸ ਛੋਟੀ ਜੀ ਢੇਰੀ ਦੇ ਉੱਪਰ ਮਹਾਰਾਜ ਨੇ ਇੱਕ ਆਪਣਾ ਨਿਸ਼ਾਨ ਸਾਹਿਬ ਵੀ ਲਗਾ ਦਿੱਤਾ ਸੀ। ਕੁਛ ਕੁ ਸਿੱਖ ਤਿਸ ਥਾਨ ਟਿਕਾਏ। ਇਸ ਸਥਾਨ ਤੇ ਕੁਝ ਕੁ ਬਸੰਦ ਤੇ ਜਿਹੜੇ ਬੜੇ ਬੜੇ ਪ੍ਰਬੰਧਕ ਗੁਰ ਸਿੱਖ ਵੀ ਟਿਕਾ ਦਿੱਤੇ ਹਨ। ਇਮ ਸਤਿਗੁਰ ਜਬ ਕੀਨ ਬਖਾਨੀ। ਜਦੋਂ ਇਹ ਆਗਿਆ ਹੁਕਮ ਬਾਲਾ ਪ੍ਰੀਤਮ ਨੇ ਸਾਰਿਆਂ ਦੇ ਪ੍ਰਤੀ ਆਪਣੀ ਰਸਨਾ ਤੋਂ ਕਰ ਦਿੱਤੀ ਹੈ। ਧੰਨ ਧੰਨ ਕਹਿ ਸਭ ਨਰ ਬਾਨੀ। ਸੁਣ ਕਰਕੇ ਸਾਰਿਆਂ ਦੇ ਮਨ ਦੇ ਵਿੱਚ ਬੜੀ ਖੁਸ਼ੀ
ਬੜਾ ਚਾਅ ਚੜ ਗਿਆ ਸੀ। ਤਿਸ ਦਿਨ ਕਰ ਮੁਕਾਮ ਤਹਿ ਰਹੇ। ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਇਸ ਦਿਨ ਮਹਾਰਾਜ ਨੇ ਇੱਥੇ ਹੀ ਆਪਣਾ ਡੇਰਾ ਲਗਾਇਆ ਸੀ। ਕਰਹਿ ਕਿਰਪਾ ਸਿੱਖਿਅਨ ਦੁਖ ਦਹੇ। ਕਿਰਪਾ ਦ੍ਰਿਸ਼ਟੀ ਦੇ ਨਾਲ ਬਾਲਾ ਪ੍ਰੀਤਮ ਆਪਣੇ ਸੇਵਕਾਂ ਦਾਸਾਂ ਦੇ ਵੱਡੇ ਵੱਡੇ ਦੁੱਖਾਂ ਨੂੰ ਵੀ ਨਾਸ ਕਰ ਦਿੰਦੇ ਹਨ। ਤਬ ਸੰਗਤ ਗਨ ਪਹੁੰਚੀ ਆਏ। ਉਸੇ ਵਕਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਹੀ ਇਸ ਪਾਵਨ ਸਥਾਨ ਤੇ ਪਹੁੰਚ ਚੁੱਕੀਆਂ ਹਨ। ਦੇਖਤ ਸਿਵਰ ਹਿਰਦੇ ਹਰਖਾਏ। ਜਦੋਂ ਸਤਿਗੁਰੂ ਜੀ ਦਾ ਇੱਥੇ ਡੇਰਾ ਲੱਗਿਆ ਹੋਇਆ ਦੇਖਿਆ, ਮਨ ਦੇ ਵਿੱਚ ਸਾਰਿਆਂ ਦੇ ਬੜੀ ਖੁਸ਼ੀ ਪੈਦਾ ਹੋ ਗਈ ਹੈ। ਸ਼੍ਰੀ ਸਤਿਗੁਰ ਸਭ ਅੰਤਰਜਾਮੀ। ਬਾਲਾ ਪ੍ਰੀਤਮ ਸਤਿਗੁਰੂ ਜੀ ਸਰਬੱਗ ਨੇ ਅੰਤਰਜਾਮੀ ਹਨ। ਕਰੇ ਨਿਹਾਲ ਦਰਸ ਦੇ ਸੁਆਮੀ। ਇਹਨਾਂ ਗੁਰ ਸਿੱਖਾਂ ਨੂੰ ਦਰਸ਼ਨ ਦੇ ਕਰਕੇ ਨਿਹਾਲ ਕਰ ਦਿੱਤਾ ਹੈ। ਭਾਉ ਜਾਨ ਕਰ ਸੰਗਤ ਕੇਰਾ। ਜਦੋਂ ਸਤਿਗੁਰੂ ਜੀ ਨੇ ਸੰਗਤਾਂ ਦੇ ਮਨ ਦਾ ਇਤਨਾ ਪ੍ਰੇਮ ਪਿਆਰ ਸਰਬੱਗਤਾ ਦੇ ਨਾਲ ਜਾਣ ਲਿਆ ਸੀ। ਰਾਖਿਓ ਗੁਰਮੁਕਾਮ ਨਿਜ ਡੇਰਾ। ਜਿੱਥੇ ਵੀ ਕੋਈ ਆ ਕਰਕੇ ਅਰਜ ਕਰਦਾ ਉਸ ਥਾਂ ਤੇ ਹੀ ਭਲਾ ਪ੍ਰੀਤਮ ਆਪਣਾ ਪੜਾ ਕਰ ਲੈਂਦੇ ਸਨ। ਪਾਛਲ ਪਹਿਰ ਲਗਾਏ ਦੀਵਾਨ। ਤੀਸਰੇ ਪੈਰ ਦੇ ਮੌਕੇ ਤੇ ਜਦੋਂ ਸਤਿਗੁਰੂ ਜੀ ਨੇ ਬੜਾ ਸੁੰਦਰ ਦੀਵਾਨ ਵੀ ਸਜਾ ਲਿਆ ਸੀ। ਬੈਠੇ ਸਤਿਗੁਰ ਸੁੰਦਰ ਥਾਨ। ਆਪ ਬਾਲਾ ਪ੍ਰੀਤਮ ਦੀਨ ਦੁਨੀਆ ਦੇ ਮਾਲਕ ਬੜੇ ਸੁੰਦਰ ਸਿੰਘਾਸਣ ਦੇ ਉੱਪਰ ਬੈਠ ਗਏ ਹਨ। ਸਭ ਸੰਗਤ ਕੋ ਦਰਸ਼ਨ ਦੀਨਸ। ਜਿਹੜੀਆਂ ਵੀ ਹੁਣ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਵੱਡੀਆਂ ਵੱਡੀਆਂ ਮਜ਼ਲਾ ਕਰਦੀਆਂ ਹੋਈਆਂ ਪਹੁੰਚੀਆਂ ਸਨ। ਪੂਰ ਕਾਮਨਾ ਸਿੱਖਿਅਨ ਕੀਨਸ। ਆਪਣੇ ਗੁਰ ਸਿੱਖਾਂ ਦੀਆਂ ਸਾਰੀਆਂ ਹੀ ਜਿਹੜੀਆਂ ਕਾਮਨਾਵਾਂ ਬਾਲਾ ਪ੍ਰੀਤਮ ਨੇ ਪੂਰੀਆਂ ਕਰ ਦਿੱਤੀਆਂ ਹਨ। ਜਥਾ ਜੋਗ ਪੂਰਬਲੀ ਰੀਤ। ਜੋ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਤੋਂ ਲੈ ਕਰਕੇ ਪੁਰਾਤਨ ਸਮੇਂ ਤੋਂ ਹੈ ਗੁਰੂ ਬਾਬਾ ਜੀ ਦੇ ਦਰ ਘਰ ਦੀ ਰੋ ਰੀਤੀ ਚਲੀ ਆਉਂਦੀ ਹੈ। ਸਕਲ ਕਰੀ ਹਰਖਾਏ ਸੋ ਚੀਤ। ਜਿਹੜੇ ਮੁਖੀ ਵੱਡੇ ਵੱਡੇ ਮਸੰਦ ਸੰਗਤਾਂ ਦੇ ਨਾਲ ਚੱਲ ਕਰਕੇ ਆਏ ਸੀ, ਉਹਨਾਂ ਨੂੰ ਸਿਰੋਂ ਪਾਏ ਔਰ ਬੜਾ ਉਹਨਾਂ ਦਾ ਆਪਣੇ ਵੱਲੋਂ ਮਹਾਰਾਜ ਨੇ ਸਤਿਕਾਰ ਵੀ ਕਰ ਦਿੱਤਾ ਹੈ। ਦੋਹਰਾ ਦਰਸ਼ਨ ਦੇ ਗਨ ਭੇਟ ਲੈ ਬਾਂਛਤ ਸਿੱਖਿਅਨ ਪਾਏ। ਜਦੋਂ ਪ੍ਰੇਮੀਆਂ ਨੇ ਆਪੋ ਆਪਣੀਆਂ ਭੇਟਾਵਾਂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਪਣ ਕਰ ਦਿੱਤੀਆਂ ਹਨ। ਭਈ ਵਿਦਾ ਸੰਗਤ ਤਾਹਾਂ ਚਿਤ ਮਹਿਮੋਦ ਵਡਾਏ। ਚਿੱਤ ਦੇ ਅੰਦਰ ਬੜਾ ਆਨੰਦ ਨੂੰ ਧਾਰਨ ਕਰਦਿਆਂ ਹੋਇਆਂ ਜਿਹੜੇ ਪ੍ਰੇਮੀ ਕਾਵਲ ਕੁੰਧਾਰ ਜੰਮੂ ਕਸ਼ਮੀਰ ਤੋਂ ਚੱਲ ਕੇ ਆਏ ਸੀ, ਦੀਦਾਰ ਕਰਕੇ ਤਾਂ ਹੁਣ ਆਪੋ ਆਪਣੇ ਇਲਾਕਿਆਂ ਨੂੰ ਵਾਪਸ ਮੁੜ ਗਏ ਹਨ। ਦੋਹਰਾ ਸਕਲ ਬਿਤਾਈ ਜਾਮਨੀ ਭਈ ਪੁਨਹ ਪ੍ਰਭਾਤ। ਇੱਕ ਰਾਤ ਜਦੋਂ ਇੱਥੇ ਸਤਿਗੁਰੂ ਜੀ ਨੇ ਬਤੀਤ ਕੀਤੀ ਹੈ, ਕਰ ਇਸ਼ਨਾਨ ਸ੍ਰੀ ਸਤਿਗੁਰੂ ਚਾਹਤ ਪੰਥ ਪ੍ਰਿਆਤ। ਅੰਮ੍ਰਿਤ ਵੇਲੇ ਇਸ਼ਨਾਨ ਕਰਨ ਤੋਂ ਬਾਅਦ ਬਾਲਾ ਪ੍ਰੀਤਮ ਪੌ ਫਟਾਲੇ ਦੇ ਨਾਲ ਹੀ ਆਪਣਾ ਅੱਗੇ ਨੂੰ ਡੇਰਾ ਕੂਚ ਕਰਨਾ ਚਾਹੁੰਦੇ ਹਨ। ਚੌਪਈ ਤਜ ਪੰਜੋਖਰੇ ਗ੍ਰਾਮ ਮਸੰਦ। ਇਸ ਪੰਜੋਖਰੇ ਨਗਰ ਦੇ ਵਿੱਚ ਸਤਿਗੁਰੂ ਜੀ ਨੇ ਕਈ ਮਸੰਦ ਔਰ ਸਿਆਣੇ ਸਿਆਣੇ ਜਿਹੜੇ ਗੁਰ ਸਿੱਖ ਸੇਵਾ ਨੂੰ ਨਿਭਾਉਣ ਵਾਲੇ ਉਹ ਪਿੱਛੇ ਛੱਡ ਦਿੱਤੇ ਹਨ। ਅਟਕਹਿ ਸੰਗਤ ਇਹਾਂ ਬਿਲੰਦ। ਵੀ ਜਿਹੜੀ ਵੀ ਸੰਗਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਚੱਲ ਕਰਕੇ ਆਏਗੀ, ਤੁਸੀਂ ਉਹਨਾਂ ਨੂੰ ਫਿਰ ਇਸ ਥਾਂ ਤੇ ਹੀ ਟਿਕਾ ਲੈਣਾ ਹੈ। ਗੁਰ ਕੋ ਬਾਕ ਸੁਨਾਵੈ ਸ਼ਰੌਨ। ਜਿਹੜੇ ਵੀ ਮਾਈ ਭਾਈ ਦੂਰੋਂ ਦੂਰੋਂ ਚੱਲ ਕਰਕੇ ਆਉਂਦੇ ਨੇ ਇਸ ਥਾਂ ਤੇ, ਜਿਹੜੇ ਸਿਆਣੇ ਸਿਆਣੇ ਗੁਰਮੁਖ ਮਸੰਦੋ ਫਿਰ ਬਾਲਾ ਪ੍ਰੀਤਮ ਦੇ ਜੋ ਕਹੇ ਹੋਏ ਬਚਨ ਸਾਰੀਆਂ ਸੰਗਤਾਂ ਨੂੰ ਵੀ ਬਿਠਾ ਕਰਕੇ ਆਪਣੇ ਵੱਲੋਂ
ਸੁਣਾ ਦਿੰਦੇ ਹਨ। ਆਗੇ ਗਮਨ ਕਰਹਿ ਨਹਿ ਕੌਣ। ਜਦੋਂ ਬਾਲਾ ਪ੍ਰੀਤਮ ਦੀ ਆਗਿਆ ਹੁਕਮ ਸੁਣ ਲਿਆ, ਕੋਈ ਵੀ ਪ੍ਰੇਮੀ ਫਿਰ ਇਸ ਜਗ੍ਹਾ ਤੋਂ ਅੱਗੇ ਜਾਣ ਵਾਸਤੇ ਮਨ ਦੇ ਵਿੱਚ ਹੱਠ ਨਹੀਂ ਧਾਰਨ ਕਰਦਾ ਸੀ। ਇਸ ਥਲ ਦਰਸ਼ਨ ਕਰ ਹਟ ਜਾਏ। ਜਿਵੇਂ ਜਿਵੇਂ ਬਾਲਾ ਪ੍ਰੀਤਮ ਨੇ ਸਮਝਾਇਆ ਕਿ ਪੰਜੋਖਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਪ੍ਰੇਮੀ ਆਪੋ ਆਪਣੇ ਉਸੇ ਤਰ੍ਹਾਂ ਸ਼ਹਿਰਾਂ ਨੂੰ ਵਾਪਸ ਮੁੜ ਜਾਂਦੇ ਹਨ। ਇਮ ਸਤਿਗੁਰ ਕੀ ਇਹ ਰਜਾਏ। ਜੋ ਵੀ ਬੜੀਆਂ ਸੰਗਤਾਂ ਰੋਜ਼ਾਨਾ ਹੀ ਆ ਰਹੀਆਂ ਸਨ, ਉਹਨਾਂ ਨੂੰ ਇਹ ਜਿਹੜੇ ਮਸੰਦ ਸਿਆਣੇ ਸਿਆਣੇ ਗੁਰਸਿੱਖ ਸਤਿਗੁਰੂ ਜੀ ਦੀ ਆਗਿਆ ਵੀ ਆਪਣੇ ਵੱਲੋਂ ਸੁਣਾ ਦਿੰਦੇ ਹਨ। ਇਮ ਸਿੱਖਨ ਸੋ ਕਹਿ ਗੁਰ ਚਾਲੇ। ਇਹ ਉਹ ਸਾਰੀ ਜਿਹੜੀ ਵਾਰਤਾ ਸਮਝਾ ਕਰਕੇ ਆਪਣੇ ਪਿਆਰੇ ਗੁਰ ਸਿੱਖਾਂ ਨੂੰ ਬਾਲਾ ਪ੍ਰੀਤਮ ਜੀ ਅੱਗੇ ਨੂੰ ਚੱਲ ਪਏ ਹਨ। ਸਯੰਦਨ ਪਰ ਆਰੂੜ ਸੁਖਾਲੇ। ਆਪ ਸਤਿਗੁਰੂ ਜੀ ਬਾਲਕ ਅਵਸਥਾ ਹੋਣ ਦੇ ਕਾਰਨ ਰਥ ਦੇ ਵਿੱਚ ਬੈਠ ਕਰਕੇ ਜਾ ਰਹੇ ਹਨ। ਬਲੀ ਤੁਰੰਗ ਸੰਗ ਜਿਸ ਲਾਗੇ। ਜਿਨ੍ਹਾਂ ਰਥਾਂ ਦੇ ਅੱਗੇ ਬੜੇ ਬਲਵਾਨ ਘੋੜੇ ਜੁੜੇ ਹੋਏ ਹਨ। ਗਤ ਚੰਚਲ ਜਨ ਚੱਲ ਹੈ ਭਾਗੇ। ਜਿਹੜੇ ਭਾਵੇਂ ਚੱਲਦੇ ਤਾਂ ਬੜੇ ਤੇਜ਼ ਨੇ, ਪਰ ਕੋਈ ਵੀ ਰਾਹ ਦੇ ਵਿੱਚ ਰਥ ਨੂੰ ਹਲੂਣਾ ਨਹੀਂ ਪੈਣ ਦਿੰਦੇ ਹਨ। ਅਪਰ ਸੁਪਟ ਅਰ ਮਹਾ ਮਸੰਦ। ਜਿਹੜੇ ਬਹੁਤ ਸਾਰੇ ਸਾਤਰ ਧਾਰੀ ਯੋਧੇ ਸੂਰਮੇ ਵੱਡੇ ਵੱਡੇ ਮਸੰਦ, ਜਿਨ੍ਹਾਂ ਨੂੰ ਵੀ ਸਤਿਗੁਰੂ ਜੀ ਨੇ ਆਪਣੇ ਨਾਲ ਜਾਣ ਵਾਸਤੇ ਹੁਕਮ ਕਰ ਦਿੱਤਾ ਸੀ। ਸ਼ਸਤਰ ਵਸਤਰ ਤੇ ਸ਼ੁਭਤ ਉਤੰਗ। ਯੋਧੇ ਸੂਰਮੇ ਸਾਤਰ ਵਸਤਰਾਂ ਦੇ ਨਾਲ ਬੜੇ ਸਜੇ ਹੋਏ ਹਨ। ਸਤਿਗੁਰ ਕੇ ਪਾਛੇ ਲੱਗ ਚਾਲੇ। ਅੱਗੇ ਅੱਗੇ ਤਾਂ ਜਾਂਦਾ ਹੈ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਬੜਾ ਸੁੰਦਰ ਰਥ, ਪਿੱਛੇ ਪਿੱਛੇ ਬੜੀਆਂ ਸੰਗਤਾਂ ਚੱਲ ਪਈਆਂ ਹਨ। ਦਿਨ ਮਹਿ ਗਮਨੈ ਪੰਥ ਵਿਸਾਲੇ। ਸਾਰਾ ਦਿਨ ਸਤਿਗੁਰੂ ਜੀ ਆਪਣਾ ਸਫ਼ਰ ਤੈਅ ਕਰਦੇ ਨੇ। ਸਿਵਰ ਕਰਹਿ ਜਾਮਨ ਕੋ ਪਾਏ। ਜਦੋਂ ਵੀ ਸੂਰ ਦੇ ਛਪਾ ਦੇ ਨਾਲ ਜਿੱਥੇ ਕੋਈ ਸੋਹਣੀ ਸਾਫ ਸੁਥਰੀ ਪਾਣੀ ਦੀ ਸਹੂਲਤ ਨੂੰ ਦੇ ਆਉਆਂ, ਸਿਆਣੇ ਸਿਆਣੇ ਗੁਰਸਿੱਖ ਆਪਣੇ ਆਪ ਹੀ ਉੱਥੇ ਪੜਾ ਕਰ ਦਿੰਦੇ ਹਨ। ਖਾਨ ਪਾਨ ਕਰਕੇ ਸਮੁਦਾਏ। ਰਾਤ ਦੇ ਟਾਈਮ ਤੇ ਵੀ ਸਾਰੀਆਂ ਸੰਗਤਾਂ ਨੂੰ ਲੰਗਰ ਪਾਣੀ ਤਿਆਰ ਕਰਕੇ ਛਕਾਇਆ ਜਾਂਦਾ ਸੀ। ਸੁਖ ਸੋ ਸੁਪਤ ਹੈ ਨਿਸਾ ਗੁਜ਼ਾਰ ਹੈ। ਰਾਤ ਦੇ ਟਾਈਮ ਤੇ ਸਾਰੇ ਪ੍ਰੇਮੀ ਥੋੜਾ ਬਹੁਤਾ ਆਪਣਾ ਆਰਾਮ ਕਰ ਲੈਂਦੇ ਹਨ। ਭਈ ਪ੍ਰਾਤ ਪੁਨ ਪੰਥ ਸੰਭਾਰ ਹੈ। ਜਦੋਂ ਵੀ ਥੋੜਾ ਜਿਹਾ ਪੌ ਫਟਾਲਾ ਹੋ ਜਾਂਦਾ ਹੈ, ਸਾਰੇ ਸੇਵਕ ਦਾਸ ਘੋੜਿਆਂ ਨੂੰ ਦਾਣਾ ਵੀ ਘਾਹ ਵੀ ਇਹ ਪਹਿਲਾਂ ਹੀ ਪਾ ਦਿੰਦੇ ਹਨ। ਗਮਨੈ ਮਾਰਗ ਇਸੀ ਪ੍ਰਕਾਰੇ। ਇਸ ਪ੍ਰਕਾਰ ਬਾਲਾ ਪ੍ਰੀਤਮ ਨੇ ਆਪਣਾ ਸੁੰਦਰ ਨੂਰਾਨੀ ਚਿਹਰਾ ਉਸ ਦਿੱਲੀ ਸ਼ਹਿਰ ਦੇ ਵੱਲ ਕੀਤਾ ਹੋਇਆ ਹੈ। ਏਕ ਨਗਰ ਤਬ ਆਏ ਅਗਾਰੇ। ਕਵੀ ਜੀ ਨੇ ਭਾਵੇਂ ਇਹ ਵਾਰਤਾ ਦੇ ਬਾਰੇ ਹੋਰ ਕਿਸੇ ਨਗਰ ਦਾ ਤਾਂ ਇੱਥੇ ਨਾਮ ਨਹੀਂ ਲਿਖਿਆ ਹੋਇਆ, ਪਰ ਜਿਹੜਾ ਇਹ ਪ੍ਰਸੰਗ ਪੰਜੋਖਰਾ ਸਾਹਿਬ ਦੇ ਵਿੱਚ ਹੀ ਹੋਇਆ ਸੀ। ਕਰਿਓ ਸਿਵਰ ਤਹ ਉੱਤਰ ਪਰੇ ਹੈ। ਜਦੋਂ ਇਸ ਥਾਂ ਤੇ ਬਾਲਾ ਪ੍ਰੀਤਮ ਨੇ ਆਪਣਾ ਡੇਰਾ ਲਗਾਇਆ ਹੈ, ਵਾਹਨ ਪਾਏ ਜੀਨ ਖਰੇ ਹੈ। ਘੋੜਿਆਂ ਦੇ ਉੱਪਰ ਬਹੁਤ ਸੋਹਣੀਆਂ ਸੋਹਣੀਆਂ ਕਾਠੀਆਂ ਵੀ ਯੋਧੇ ਸੂਰਮੇ ਔਰ ਗੁਰਸਿੱਖਾਂ ਨੇ ਪਾਈਆਂ ਹੋਈਆਂ ਹਨ। ਤਹ ਇੱਕ ਪੰਡਿਤ ਵਿਦਿਆ ਕਨੀ। ਇਸ ਥਾਂ ਤੇ ਇੱਕ ਲਾਲ ਚੰਦ ਨਾਮ ਦਾ ਪੰਡਤ ਬੜਾ ਪੜ੍ਹਿਆ ਲਿਖਿਆ, ਜਿਹਦੇ ਚਿੱਤ ਦੇ ਵਿੱਚ ਆਪਣੀ ਸੰਸਕ੍ਰਿਤ ਵਿਦਿਆ ਦਾ ਬੜਾ ਹੰਕਾਰ ਭਰਿਆ ਹੋਇਆ ਸੀ। ਬੁੱਧੀ ਬੜ ਹੰਕਾਰ ਸੋ ਸਨੀ। ਪਰਮਾਤਮਾ ਨੇ ਵਿਦਿਆ ਪ੍ਰਾਪਤ ਕਰਨ ਦੇ ਲਈ ਦਿਮਾਗ ਬੁੱਧੀ ਤਾਂ ਬੜੀ ਤੇਜ਼ ਬਖਸ਼ੀ ਹੋਈ ਹੈ, ਪਰ ਉਲਟਾ ਵਿਦਿਆ ਪੜ੍ਹ ਕਰਕੇ ਬੜਾ ਹੰਕਾਰੀ
ਤੈ ਬੜਾ ਮਾਨੀ ਬਣ ਚੁੱਕਿਆ ਸੀ। ਇਕ ਤੋ ਵਿਦਿਆ ਕਹੋ ਮਦ ਭਾਰੀ। ਇੱਕ ਤਾਂ ਇਹਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਵਿਦਿਆ ਦਾ ਜਿਹੜਾ ਹੰਕਾਰ ਵੱਧ ਚੁੱਕਿਆ ਵੀ ਮੇਰੇ ਸਮਾਜ ਦਾ ਕੋਈ ਦੂਜਾ ਵਿਦਵਾਨ ਪੜ੍ਹਿਆ ਲਿਖਿਆ ਦੁਨੀਆ ਦੇ ਵਿੱਚ ਕੋਈ ਵੀ ਨਹੀਂ ਹੋਵੇਗਾ। ਵਿਪਰ ਜਾਤ ਮਦ ਹਿਰਦੇ ਮਝਾਰੀ। ਦੂਜੇ ਨੰਬਰ ਤੇ ਇਹਦੇ ਚਿੱਤ ਦੇ ਵਿੱਚ ਆਪਣੀ ਉੱਚੀ ਜਾਤੀ ਦਾ ਵੀ ਬੜਾ ਹੰਕਾਰ ਵੱਧ ਚੁੱਕਿਆ ਸੀ। ਆਪਣੇ ਸਾਹਮਣੇ ਜਾਣੈ ਕਾਹੂ। ਬ੍ਰਾਹਮਣ ਪੰਡਤ ਆਪਣੇ ਆਪ ਨੂੰ ਸਾਰਿਆਂ ਨਾਲੋਂ ਬੜਾ ਉੱਚਾ ਮੰਨਿਆ ਕਰਦੇ ਸੀ ਵੀ ਅਸੀਂ ਤਾਂ ਬਰਮਾ ਦੇ ਮੁਖ ਤੋਂ ਪੈਦਾ ਹੋਏ ਆ ਬਾਕੀ ਤਾਂ ਹੋਰ ਨੀਵੀਆਂ ਜਾਤੀਆਂ ਵਾਲੇ ਤਾਂ ਸਾਡੀ ਪੈਰਾਂ ਦੀ ਜੁੱਤੀ ਹਨ। ਇਹਨਾਂ ਨੇ ਹੀ ਆ ਇਹੋ ਜਿਹੇ ਵਰਨ ਆਸ਼ਰਮ ਸਮਾਜ ਦੇ ਵਿੱਚ ਪੈਦਾ ਕੀਤੇ ਸੀ। ਆ ਬ੍ਰਾਹਮਣ ਹੈ ਜੀ, ਆ ਖੱਤਰੀ ਹੈ, ਸੂਦ ਹੈ, ਬੈਸ ਹੈ। ਸੂਦਰਾਂ ਨੂੰ ਤਾਂ ਇਹ ਬੜੀ ਨਫ਼ਰਤ ਦੀ ਨਿਗਾਹ ਦੇ ਨਾਲ ਤੱਕਿਆ ਕਰਦੇ ਸੀ। ਮਨੋ ਜੀ ਨੇ ਬੜੀਆਂ ਹੋ ਜੀਆਂ ਜਿਹੜੀਆਂ ਗੱਲਾਂ ਬਾਤਾਂ ਸ਼ਲੋਕ ਬਣਾ ਕਰਕੇ ਮਨੋ ਸਿਮਰਤੀ ਦੇ ਵਿੱਚ ਲਿਖ ਦਿੱਤੇ ਹਨ ਵੀ ਬ੍ਰਾਹਮਣ ਭਾਵੇਂ ਛੋਟੀ ਉਮਰ ਦਾ ਬੱਚਾ ਕਿਉਂ ਨਾ ਹੋਵੇ, ਉਹਦੀ ਤਾਂ ਫਿਰ ਖੱਤਰੀਆਂ ਨੂੰ ਬਜ਼ੁਰਗਾਂ ਦੇ ਸਮਾਨ ਪੂਜਾ ਕਰਨੀ ਚਾਹੀਦੀ ਹੈ। ਆਪਣੀ ਪੂਜਾ ਪ੍ਰਤਿਸ਼ਠਾ ਵਡਿਆਈ ਹੁੰਦਿਆਂ ਦੇ ਕਰਕੇ ਇਹਨਾਂ ਦੇ ਮਨ ਦੇ ਵਿੱਚ ਆਪਣੀ ਜਾਤੀ ਦਾ ਵੀ ਬੜਾ ਜਿਹੜਾ ਹੰਕਾਰ ਪੈਦਾ ਹੋ ਚੁੱਕਿਆ ਸੀ। ਜੋ ਸਵਿਦਿਆ ਬਦ ਹੈ ਸੰਗ ਤਾਹੂ। ਉਹ ਜਿੱਥੇ ਵੀ ਐਸ ਲਾਲ ਚੰਦ ਪੰਡਤ ਨੇ ਕਿਸੇ ਵਿਦਵਾਨ ਦੇ ਪਾਸ ਜਾਣਾ ਜਾਂ ਕੋਈ ਪਤਾ ਲੱਗ ਜਾਂਦਾ ਵੀ ਫਲਾਣੀ ਥਾਂ 'ਤੇ ਸੰਸਕ੍ਰਿਤ ਵਿਦਿਆ ਦਾ ਬੜਾ ਭਾਰੀ ਵਿਦਵਾਨ ਰਹਿੰਦਾ, ਉਹਦੇ ਨਾਲ ਜਾ ਕਰਕੇ ਫਿਰ ਆਪਣੀ ਬੜੀ ਗਿਆਨ ਚਰਚਾ ਕਰਨੀ। ਪਹਿਲਾਂ ਹੀ ਚੈਲੰਜ ਕਰ ਦਿੰਦਾ ਵੀ ਦੇਖ ਚਰਚਾ ਕਰਦਿਆਂ ਵੈਦਾਂ ਸ਼ਾਸਤਰਾਂ ਦੀ ਜੇ ਤਾਂ ਮੈਂ ਜਿੱਤ ਗਿਆ, ਤੇਰੇ ਗ੍ਰੰਥ ਖੋਹ ਲੈਣੇ ਹਨ। ਅਗਰ ਤੇਰੀ ਵੈਦਾਂ ਦੀ ਚਰਚਾ ਕਰਦਿਆਂ ਜਿੱਤ ਹੋ ਗਈ, ਤੂੰ ਮੇਰੇ ਗ੍ਰੰਥ ਖੋਹ ਲਈ। ਇਹਨੂੰ ਵੀ ਹੋ ਜਾ ਇੱਕ ਦੂਜੇ ਦੇ ਨਾਲ ਸਿੰਘ ਫਸਾਉਣ ਦਾ ਬੜਾ ਸੁਭਾਅ ਵੱਧ ਚੁੱਕਿਆ ਸੀ। ਵਿਜੈ ਕਰੈ ਹੈ ਬਹੁ ਮਾਨ ਘਟਾਵ ਹੈ। ਦੂਸਰੇ ਵਿਦਵਾਨ ਨੂੰ ਜਿੱਤ ਕਰਕੇ ਲੋਕਾਂ ਦੇ ਵਿੱਚ ਬੜਾ ਉਹਦਾ ਨਿਰਾਦਰ ਤੇ ਬੜਾ ਇਹਨੇ ਅਪਮਾਨ ਕਰਨਾ। ਜਦੋਂ ਵਿਦਿਆ ਦੇ ਬਲ ਦੁਆਰਾ ਦੂਸਰੇ ਨੂੰ ਜਿੱਤ ਲੈਂਦਾ ਸੀ। ਵਿਦਿਆ ਬਲ ਤੇ ਮਦ ਉਪਜਾਵ ਹੈ। ਵਿਦਿਆ ਦੇ ਬਲ ਦੁਆਰਾ ਨਿਮਰਤਾ ਤਾਂ ਕਿੱਥੇ ਪੈਦਾ ਹੋਣੀ ਸੀ ਤੇ ਉਲਟਾ ਆਪਣੇ ਅੰਦਰ ਬੜਾ ਇਹਨੇ ਹੰਕਾਰ ਨੂੰ ਹੀ ਵਧਾਇਆ ਹੋਇਆ ਸੀ। ਸਹਿਜ ਸੁਭਾਇਕ ਸੋ ਤਹਿ ਜਾਏ। ਪੰਜੋਖਰਾ ਸਾਹਿਬ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਉਸ ਸਮੇਂ ਦੀਵਾਨ ਲਗਾ ਕਰਕੇ ਬੈਠੇ ਸੀ। ਆਲੇ ਦੁਆਲੇ ਦੂਰ ਤੱਕ ਬੜੀਆਂ ਸੰਗਤਾਂ ਵੀ ਘੁੰਮ ਰਹੀਆਂ ਹਨ। ਇਹ ਵੀ ਅਚਾਨਕ ਚੱਲ ਕਰਕੇ ਇਸ ਥਾਂ ਤੇ ਪਹੁੰਚ ਗਿਆ ਹੈ। ਜਹ ਸਤਿਗੁਰ ਡੇਰੋ ਉਤਰਾਏ। ਜਿਸ ਥਾਂ ਤੇ ਬਾਲਾ ਪ੍ਰੀਤਮ ਦੇ ਨਾਲ ਬੜੇ ਸੇਵਕ ਵੀ ਦਾਸ ਵੀ ਬੜੇ ਪ੍ਰੇਮੀ ਦਿੱਲੀ ਸ਼ਹਿਰ ਦੇ ਵੱਲ ਨਾਲ ਹੀ ਜਾ ਰਹੇ ਸੀ। ਦੂਰ ਤੱਕ ਬੜੀਆਂ ਸੰਗਤਾਂ ਦੀਵਾਨ ਦੇ ਵਿੱਚ ਆਲੇ ਦੁਆਲੇ ਘੁੰਮ ਰਹੀਆਂ ਹਨ। ਇੱਕ ਸਿੱਖ ਸੋਂ ਤਬ ਬੂਝਣ ਲੱਗਾ। ਉਸ ਵਕਤ ਲਾਲ ਚੰਦ ਪੰਡਤ ਇੱਕ ਗੁਰ ਸਿੱਖ ਨੂੰ ਆ ਕਰਕੇ ਪੁੱਛਣ ਲੱਗਿਆ ਹੈ, ਕਿਸ ਥਲ ਤੇ ਆਇਓ ਕਿਤ ਜਾਤ। ਵੀ ਐਸ ਥਾਂ ਤੇ ਕਿਹੜੇ ਮਹਾਰਾਜੇ ਨੇ ਕੋਈ ਆਪਣਾ ਡੇਰਾ ਲਗਾਇਆ ਹੋਇਆ ਹੈ। ਬੜਾ ਇਹਨੇ ਲੋਕਾਂ ਦਾ ਇਕੱਠ ਵੱਠ ਵੀ ਆਪਣੀ ਅੱਖਾਂ ਦੇ ਨਾਲ ਦੇਖ ਲਿਆ ਸੀ। ਕੌਣ ਨਾਮ ਹੈ ਕਹੋ ਸਭ ਬਾਤ। ਉਸ ਗੁਰ ਸਿੱਖ ਨੂੰ ਸਾਰੀ ਗੱਲ ਬਾਤ ਪੁੱਛਣ ਲੱਗਿਆ ਸੀ। ਕਹਿਓ ਸਿੱਖ ਨੇ ਸਤਿਗੁਰ ਅਹੈ। ਸੁਣ ਕਰਕੇ ਇਸ ਗੁਰ ਸਿੱਖ ਪ੍ਰੇਮੀ ਨੇ ਕਹਿ ਦਿੱਤਾ ਵੀ ਇੱਥੇ ਤਨ
ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੁਰਤਾ ਗੱਦੀ ਦੇ ਮਾਲਕ ਨੇ ਆਪਣੇ ਡੇਰੇ ਲਗਾਏ ਹੋਏ ਹਨ। ਸ੍ਰੀ ਹਰਿ ਕ੍ਰਿਸ਼ਨ ਨਾਮ ਜਗ ਕਹੈ। ਸਤਿਗੁਰੂ ਜੀ ਨੂੰ ਸੰਸਾਰ ਦੇ ਵਿੱਚ ਸਾਰੀਆਂ ਸੰਗਤਾਂ ਗੁਰ ਸਿੱਖ ਬੜੇ ਸਤਿਕਾਰ ਦੇ ਨਾਲ ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ। ਜਿਸ ਡਿਠੇ ਸਭ ਦੁੱਖ ਜਾਏ। ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਨਾਮ ਤੇ ਯਾਦ ਕਰਦੀਆਂ ਹਨ। ਸ੍ਰੀ ਨਾਨਕ ਗਾਦੀ ਪਰ ਥਿਤ ਹੈ। ਗੁਰੂ ਸਿੱਖ ਕਹਿ ਲੱਗਿਆ ਇਹ ਪੰਡਤ ਜੀ ਵੀ ਸਤਿਗੁਰੂ ਜੀ ਗੁਰੂ ਬਾਬਾ ਜੀ ਦੇ ਸਿੰਘਾਸਣ ਦੇ ਉੱਪਰ ਸ਼ਸ਼ੋਭਤ ਹਨ। ਹਰ ਅਵਤਰੇ ਸ਼ੁਭਤ ਸਮਚਿਤ ਹੈ। ਮਨ ਉਸ ਪਰਮਾਤਮਾ ਨੇ ਹੀ ਦੁਨੀਆ ਦੇ ਭਲੇ ਵਾਸਤੇ ਅਵਤਾਰ ਧਾਰਨ ਕੀਤਾ ਹੈ। ਸੁਨ ਸਹਿ ਸਕਿਓ ਨਾ ਖੁਨਸਿਓ ਮਾਨੀ। ਜਦੋਂ ਇਹਨੇ ਗੁਰ ਸਿੱਖ ਦੀ ਰਸਨਾ ਤੋਂ ਇਹ ਬਚਨ ਸੁਣੇ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਇਹ ਤੋਂ ਬਾਲਾ ਪ੍ਰੀਤਮ ਦੀ ਜਿਹੜੀ ਵਡਿਆਈ ਬਰਦਾਸ਼ਤ ਨਹੀਂ ਹੋ ਸਕੀ। ਸੁਣ ਕਰਕੇ ਮਨ ਦੇ ਅੰਦਰ ਬੜੀ ਖਾਰ ਪੈਦਾ ਹੋ ਗਈ ਵੀ ਦੇਖੋ ਉਮਰ ਬਹੁਤ ਛੋਟੀ ਤੇ ਨਾਮ ਆਪਣਾ ਇਹਨਾਂ ਨੇ ਕਿਤਨਾ ਵੱਡਾ ਤਰਾਇਆ ਹੋਇਆ ਹੈ। ਮਦ ਸੋਂਦਾ ਬੁੱਧ ਹਿਰਾਨੀ। ਇਹ ਹੰਕਾਰ ਦੇ ਨਾਲ ਅੰਨਾ ਹੋਣ ਕਰਕੇ ਬੁੱਧਤਾ ਦੀ ਪਹਿਲਾਂ ਹੀ ਪ੍ਰਸ਼ਟ ਹੋ ਚੁੱਕੀ ਸੀ। ਕਹਿ ਦਿਜ ਪੇ ਸ੍ਰੀ ਕ੍ਰਿਸ਼ਨ ਮਹਾਨੇ। ਸੁਣ ਕਰਕੇ ਇਹ ਵਿਦਵਾਨ ਬ੍ਰਾਹਮਣ ਪੰਡਤ ਗੁਰ ਸਿੱਖ ਨੂੰ ਕਹਿਣ ਲੱਗਿਆ ਵੀ ਦੇਖ ਦੁਆਪਰ ਯੁੱਗ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਨੇ ਵੀ ਅਵਤਾਰ ਧਾਰਨ ਕੀਤਾ ਸੀ। ਧਰ ਅਵਤਰੇ ਸਰਬ ਜਗ ਜਾਣੇ। ਉਹਨਾਂ ਦੇ ਅਵਤਾਰ ਨੂੰ ਸਾਰੇ ਸੰਸਾਰ ਦੇ ਲੋਕ ਜਾਣਦੇ ਹਨ। ਤਿਨ ਤੇ ਭੀ ਨਿਜ ਨਾਮ ਵਡੇਰਾ। ਇਹਨਾਂ ਨੇ ਦੁਆਪਰ ਯੁੱਗ ਦੇ ਅਵਤਾਰ ਭਗਵਾਨ ਕ੍ਰਿਸ਼ਨ ਜੀ ਦੇ ਨਾਲੋਂ ਵੀ ਆਪਣਾ ਕਿਤਨਾ ਵੱਡਾ ਨਾਮ ਰਖਵਾਇਆ ਹੋਇਆ ਹੈ। ਸ੍ਰੀ ਹਰਿ ਕ੍ਰਿਸ਼ਨ ਰਖਾਏ ਬਿਖੇਰਾ। ਉਹਨਾਂ ਦਾ ਨਾਮ ਕੇਵਲ ਤੇ ਕੇਵਲ ਦੁਆਪਰ ਕ੍ਰਿਸ਼ਨ ਮੁਰਾਰ ਕ੍ਰਿਸ਼ਨ ਭਗਵਾਨ ਜੀ ਕਹਿੰਦੇ ਸੀ ਤੇ ਇਹਨਾਂ ਨੇ ਆਪਣੇ ਨਾਮ ਦੇ ਨਾਲ ਸਤਿਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਮਹਾਰਾਜ ਕਿਤਨੇ ਸ਼ਬਦ ਲਗਾਏ ਹੋਏ ਹਨ। ਤਿਨੋਂ ਕਰੀ ਗੀਤਾ ਸ਼ੁਭ ਗ੍ਰੰਥ। ਇਹ ਵਿਦਵਾਨ ਬ੍ਰਾਹਮਣ ਕਹਿ ਲੱਗਿਆ ਵੀ ਦੇਖੋ ਅਰਜਨ ਨੂੰ ਸਮਝਾਉਣ ਵਾਸਤੇ ਭਗਵਾਨ ਕ੍ਰਿਸ਼ਨ ਜੀ ਨੇ ਉਸ ਸਮੇਂ ਗੀਤਾ ਉਚਾਰਨ ਕੀਤੀ ਸੀ। ਜਿਹੇ ਪਾਠ ਸੁਨ ਨਰ ਚੱਲਹਿ ਸੋ ਪੰਥ। ਜੈਸ ਨੂੰ ਪੜ੍ਹ ਕੇ ਸੁਣ ਕੇ ਬੜੇ ਜਗਿਆਸੂਆਂ ਨੇ ਸ਼ੋਭ ਮਾਰਗ ਵੀ ਧਾਰਨ ਕੀਤਾ ਹੈ। ਤੇਹ ਸ਼ਲੋਕ ਕੈ ਅਰਥ ਮਹਾਨੇ। ਅਗਰ ਇਹ ਉਸ ਗੀਤਾ ਦੇ ਸ਼ਲੋਕਾਂ ਦੇ ਅਰਥ ਵੀ ਮੈਨੂੰ ਕਰਕੇ ਸੁਣਾ ਦੇਣ ਤਾਂ ਵੀ ਮੈਂ ਮੰਨ ਲਊਂ ਵੀ ਇਹਨਾਂ ਨੇ ਇਤਨਾ ਵੱਡਾ ਆਪਣਾ ਨਾਮ ਰਖਵਾਇਆ ਹੋਇਆ। ਜਦੋਂ ਅਰਜਨ ਨੇ ਆਪਣਾ ਸਾਹਮਣੇ ਪਰਿਵਾਰ ਦੇ ਕਰਕੇ ਹਥਿਆਰ ਮੈਦਾਨੇ ਜੰਗ ਦੇ ਵਿੱਚ ਸੁੱਟ ਦਿੱਤੇ ਸੀ ਉਸ ਨੂੰ ਗਿਆਨ ਕਰਨ ਦੇ ਲਈ ਭਗਵਾਨ ਕ੍ਰਿਸ਼ਨ ਜੀ ਨੇ ਫਿਰ ਗੀਤਾ ਉਚਾਰਨ ਕੀਤੀ ਸੀ। ਇਹ ਸੁਣ ਕਰਕੇ ਮਨ ਦੇ ਵਿੱਚ ਬੜਾ ਹੈਰਾਨ ਹੋ ਗਿਆ ਸੀ। ਇਨ ਤੇ ਸੋ ਪੇ ਨਾ ਜਾਹੇ ਬਖਾਨੇ। ਹੰਕਾਰ ਦੇ ਵਿੱਚ ਆ ਕਰਕੇ ਕਹਿਣ ਲੱਗਿਆ ਵੀ ਇਹ ਉਸ ਗੀਤਾ ਦੇ ਜਿਹੜੇ ਸ਼ਲੋਕ ਨੇ ਨਾ ਉਹਨਾਂ ਦੇ ਅਰਥਾਂ ਨੂੰ ਵੀ ਨਹੀਂ ਜਾਣ ਸਕਦੇ ਹਨ। ਨਾਮ ਧਰਾਵਨ ਇਹ ਸੁਖੈਨ। ਮੱਧ ਦੇ ਵਿੱਚ ਆ ਕਰਕੇ ਕਹਿਣ ਲੱਗਿਆ ਇਤਨੇ ਵੱਡੇ ਨਾਮ ਧਰਾਉਣੇ ਤਾਂ ਬੜੇ ਸੌਖੇ ਹੀ ਹਨ। ਤਿਨ ਕੇ ਗੁਣ ਸ਼ੁਭ ਕਿਸ ਮਹਿ ਹੈ ਨਾ। ਪਰ ਭਗਵਾਨ ਕ੍ਰਿਸ਼ਨ ਜੀ ਦੇ ਸਮਾਨ ਇਹੋ ਜਿਹੇ ਗੁਣ ਅਜੇ ਤੱਕ ਕਿਸੇ ਦੇ ਵੀ ਅੰਦਰ ਨਹੀਂ ਪੈਦਾ ਹੋਏ ਹਨ। ਜੇ ਸਾਰਥ ਇਹ ਨਾਮ ਧਰਾਵਹੁ। ਜੇਕਰ ਆਪਣੇ ਨਾਮ ਨੂੰ ਅਰਥਾਂ ਦੇ ਸਹਿਤ ਸਫਲਾ ਕਰਕੇ ਦਿਖਾਉਣਾ ਚਾਹੁੰਦੇ ਹਨ। ਕਰ ਗੀਤਾ ਕੇ ਅਰਥ ਸੁਣਾਵਹੁ। ਫਿਰ ਮੈਂ ਇਹਨਾਂ ਦੇ ਪਾਸੋਂ
ਗੀਤਾ ਦੇ ਸ਼ਲੋਕਾਂ ਦੇ ਅਰਥ ਸੁਣਨੇ ਚਾਹੁੰਦਾ ਹਾਂ। ਨਾਹੇ ਤਾਂ ਕੂਰ ਕਹਿਨ ਇਨ ਕੇਰੋ। ਨਹੀਂ ਤਾਂ ਫਿਰ ਇਹੋ ਜਿਹੇ ਬਚਨ ਕਰਨੇ ਮੈਨੂੰ ਝੂਠੇ ਹੀ ਲੱਗਦੇ ਹਨ। ਹਮ ਨਹਿ ਮਨ ਹੈ ਕਹਿਬੋ ਤੇਰੋ। ਗੁਰ ਸਿੱਖ ਨੂੰ ਕਹਿ ਲੱਗਿਆ ਵੀ ਤੇਰੀਆਂ ਗੱਲਾਂ ਕਦੇ ਵੀ ਮੰਨਣ ਦੇ ਵਿੱਚ ਨਹੀਂ ਆਉਂਦੀਆਂ। ਨਾਮ ਕਿਤਨਾ ਵੱਡਾ ਤਰਾਇਆ ਹੋਇਆ ਹੈ, ਇਹ ਤਾਂ ਇੱਕ ਸ਼ਲੋਕ ਦੇ ਵੀ ਅਰਥ ਨਹੀਂ ਕਰ ਸਕਦੇ ਹਨ। ਸੁਨਤ ਸਿੱਖ ਕਹਿ ਰਹੁ ਤੂੰ ਖਰੋ। ਸੁਣ ਕਰਕੇ ਉਹ ਗੁਰਮੁਖ ਕਹਿਣ ਲੱਗਿਆ ਪੰਡਤ ਜੀ ਤੁਸੀਂ ਇੱਥੇ ਹੀ ਖੜ੍ਹ ਜਾਓ, ਮੈਂ ਜਾ ਕਰਕੇ ਮਹਾਰਾਜ ਦੇ ਅੱਗੇ ਬੇਨਤੀ ਕਰ ਦਿੰਦਾ ਹਾਂ। ਮੈਂ ਅਬ ਜਾਏ ਬੂਝ ਬੋ ਕਰੂੰ। ਮੈਨੂੰ ਜਾ ਕਰਕੇ ਇੱਕ ਵਾਰੀ ਬਾਲਾ ਪ੍ਰੀਤਮ ਦੇ ਪਾਸੋਂ ਪੁੱਛ ਲੈਣ ਦਿਓ। ਜਿਹੋ ਜਿਹਾ ਉੱਤਰ ਦੇਣਗੇ ਸਤਿਗੁਰੂ ਸੱਚੇ ਪਾਤਸ਼ਾਹ ਮੈਂ ਤੁਹਾਨੂੰ ਆ ਕਰਕੇ ਦੱਸ ਦੇਣਾ ਹੈ। ਗੁਰ ਸਮਰੱਥ ਹੈ ਸਭ ਹੀ ਭਾਂਤ। ਗੁਰਮੁਖ ਕਹਿਣ ਲੱਗਿਆ ਵੀ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੂੰ ਕਿਤੇ ਐਵੇਂ ਆਮ ਬੱਚਿਆਂ ਦੇ ਸਮਾਨ ਮਨ ਦੇ ਵਿੱਚ ਜਾਣੀ। ਸਤਿਗੁਰੂ ਜੀ ਬੜੇ ਸਮਰੱਥ ਨੇ, ਸਰਬਾਗਨ ਨੇ, ਬੇਅੰਤ ਸ਼ਕਤੀਆਂ ਦੇ ਮਾਲਕ ਵੀ ਹਨ। ਦੇ ਉੱਤਰ ਜੋ ਬੁਝੈ ਬਾਤ। ਜੋ ਵੀ ਤੈਂ ਪ੍ਰਸ਼ਨ ਕੀਤਾ ਨਾ ਮੇਰੇ ਪਾਸ, ਇਹਦਾ ਉੱਤਰ ਵੀ ਬਾਲਾ ਪ੍ਰੀਤਮ ਨੇ ਜ਼ਰੂਰ ਆਪਣੇ ਵੱਲੋਂ ਦੇ ਦੇਣਾ ਹੈ। ਇਮ ਕਹਿ ਸਿੱਖ ਗਇਓ ਗੁਰ ਪਾਸ। ਇਹੋ ਜਿਹੀਆਂ ਤਰਕ ਵਾਲੀਆਂ ਗੱਲਾਂ ਸੁਣ ਕਰਕੇ ਜਦੋਂ ਇਹ ਗੁਰ ਸਿੱਖ ਬਾਲਾ ਪ੍ਰੀਤਮ ਦੇ ਪਾਸ ਪਹੁੰਚ ਗਿਆ ਸੀ, ਸਿਰ ਨਿਵਾਏ ਕੀਨਸ ਅਰਦਾਸ। ਪਹਿਲਾਂ ਜਾ ਕਰਕੇ ਚਰਨਾਂ ਤੇ ਮੱਥਾ ਟੇਕਿਆ, ਫਿਰ ਆਪਣੇ ਵੱਲੋਂ ਦੋਵੇਂ ਹੱਥ ਜੋੜ ਕਰਕੇ ਅਰਜ਼ ਕਰ ਦਿੱਤੀ ਹੈ। ਦਿਜ ਕੀ ਕਹਿਵਤ ਸਕਲ ਸੁਨਾਈ। ਜਿਵੇਂ ਜਿਵੇਂ ਵਿਦਵਾਨ ਪੰਡਤ ਨੇ ਬੜੀਆਂ ਇਹੋ ਜਿਹੀਆਂ ਖਾਰ ਵਾਲੀਆਂ ਤਰਕਾਂ ਦੇ ਨਾਲ ਭਰੀਆਂ ਹੋਈਆਂ ਗੱਲਾਂ ਆਪਣੇ ਵੱਲੋਂ ਕੀਤੀਆਂ ਸਨ। ਖਰੋ ਅਹੈ ਕਿਮ ਕਹੋਂ ਬੁਝਾਈ। ਸੱਚੇ ਪਾਤਸ਼ਾਹ ਵੀ ਇੱਕ ਵਿਦਵਾਨ ਪੰਡਤ ਨੇ ਆਪ ਦੇ ਨਾਮ ਦੇ ਉੱਪਰ ਬੜੀ ਤਰਕ ਕੀਤੀ ਹੈ। ਮੁਸਕਾਵਤ ਸ੍ਰੀ ਮੁਖ ਤੇ ਕਹਿਓ। ਉਹ ਆਪ ਜੀ ਦੇ ਪਾਸੋਂ ਜਿਹੜੇ ਗੀਤਾ ਦੇ ਸ਼ਲੋਕ ਨੇ ਉਹਨਾਂ ਦੇ ਅਰਥ ਵੀ ਸੁਣਨੇ ਚਾਹੁੰਦਾ ਹੈ। ਵਿਪਰ ਅਸ਼ਰਦਕ ਸੋ ਹਮ ਲਹਿਓ। ਇਹ ਸੁਣ ਕਰਕੇ ਬਾਲਾ ਪ੍ਰੀਤਮ ਤਾਂ ਸਰਬਾਗਨ ਨੇ ਜਾਣ ਲਿਆ ਵੀ ਇਹ ਪਹਿਲਾਂ ਹੀ ਹੰਕਾਰ ਦੇ ਨਾਲ ਅੰਨਾ ਹੋਇਆ ਥਾਂ ਥਾਂ ਤੇ ਘੁੰਮ ਰਿਹਾ ਹੈ। ਚਹਿਤ ਜੇ ਉੱਤਰ ਦੇਬੋ ਤਾਹੀ। ਸਤਿਗੁਰੂ ਜੀ ਕਹਿ ਲਗੇ ਭਾਈ ਗੁਰਮੁਖਾ ਜੇ ਉਹ ਸਾਡੇ ਪਾਸੋਂ ਗੀਤਾ ਦੇ ਸ਼ਲੋਕ ਸੁਣਨ ਵਾਸਤੇ ਕੋਈ ਉਹਦੇ ਮਨ ਦੇ ਵਿੱਚ ਇਹੋ ਜਿਹਾ ਵਹਿਮ ਜਾਂ ਫਿਰ ਨਾਮ ਸੁਰ ਕਰਕੇ ਬੜੀ ਧਰਕ ਪੈਦਾ ਹੋ ਗਈ ਹੈ। ਕਰੋ ਕਾਰਨ ਹਮਰੇ ਪਾਹੀ। ਬਾਲਾ ਪ੍ਰੀਤਮ ਕਹਿ ਲਗੇ ਸਾਡੇ ਪਾਸ ਬੁਲਾ ਕਰਕੇ ਲਿਆ ਉਸ ਵਿਦਵਾਨ ਪੰਡਤ ਨੂੰ, ਜੋ ਵੀ ਪੁੱਛਣਾ ਚਾਹੁੰਦਾ ਅਸੀਂ ਆਪਣੇ ਵੱਲੋਂ ਉਹਦੇ ਸਵਾਲਾਂ ਦਾ ਜਵਾਬ ਵੀ ਦੇ ਦਿਆਂਗੇ। ਜਿਮ ਚਿਤ ਚਾਹੈ ਤਿਮ ਦੇਹੋ 부ਝਾਈ। ਜਿਵੇਂ ਨਾ ਉਹ ਮਨ ਦੇ ਵਿੱਚ ਚਾਹੁੰਦਾ ਹੈ ਉਸੇ ਤਰ੍ਹਾਂ ਉਹਦਾ ਉੱਤਰ ਪ੍ਰਾਪਤ ਹੋ ਜਾਣਾ ਹੈ। ਤਰਕਤ ਮਹਾ ਮੂੜ ਕੀ ਨਿਆਈ। ਸਤਿਗੁਰੂ ਜੀ ਨੇ ਜਾਣ ਲਿਆ ਵੀ ਇਹ ਮਹਾ ਮੂਰਖਾਂ ਦੇ ਸਮਾਨ, ਇਹਦੇ ਮਨ ਦੇ ਵਿੱਚ ਵਿਦਿਆ ਪੜ੍ਹ ਕੇ ਬਸ ਇੱਕ ਤਾਰਕ ਹੀ ਹਿਰਦੇ ਦੇ ਅੰਦਰ ਭਰੀ ਹੋਈ ਹੈ। ਬੁੱਧ ਬਿਲੋਚਨ ਨਿਰਮਲ ਚਾਰ। ਇਸ ਦੇ ਬੁੱਧੇ ਰੂਪੀ ਜਿਹੜੇ ਨੇਤਰ ਅਜੇ ਤੱਕ ਵਿਦਿਆ ਪੜ੍ਹਨ ਦੇ ਨਾਲ ਨਿਰਮਲ ਨਹੀਂ ਹੋ ਸਕੇ ਹਨ। ਹੋਤ ਮੋਤੀਆ ਦੁਖ ਹੰਕਾਰ। ਇਹਨਾਂ ਦੇ ਬੁੱਧੀ ਰੂਪੀ ਨੇਤਰਾਂ ਦੇ ਵਿੱਚ ਜਿਹੜਾ ਹੈ ਮੋਤੀਆ ਰੂਪੀ ਅਹੰਕਾਰ ਬੜਾ ਭਰ ਚੁੱਕਿਆ ਹੈ। ਆਪਨ ਆਪ ਕੋ ਲਖਨ ਵਿਸਾਲ। ਇਹ ਤਾਂ ਬਸ ਸੰਸਕ੍ਰਿਤ ਦੇ ਥੋੜ੍ਹੇ ਬਹੁਤੇ ਸ਼ਲੋਕ ਪੜ੍ਹ ਕੇ ਆਪਣੇ ਆਪ ਨੂੰ ਹੀ ਸਾਰੀ ਦੁਨੀਆ ਤੋਂ ਵੱਡਾ ਮੰਨਣ ਲੱਗ ਜਾਂਦੇ ਹਨ। ਇਹ ਅੰਧ ਹੋਵਨ ਸਭ ਕਾਲ। ਮਾਨੋ ਬਸ ਇਹਨਾਂ ਦੇ ਬੁੱਧੀ ਰੂਪੀ ਨੇਤਰਾਂ ਦੇ ਵਿੱਚ ਆ ਜਿਹੜਾ ਹੰਕਾਰ ਰੂਪੀ
ਮੋਤੀਆ ਉਤਰ ਆਇਆ। ਇਸ ਕਰਕੇ ਇਹ ਜਿਹੜੇ ਬੁੱਧੀ ਰੂਪੀ ਨੇਤਰਾਂ ਤੋਂ ਅੰਨੇ ਹੋ ਚੁੱਕੇ ਹਨ। ਦ੍ਰਿਸ਼ਟ ਨਾ ਆਵਹਿ ਸ਼ੁਭ ਗੁਣ ਬ੍ਰਿੰਦ। ਇਹਨਾਂ ਨੂੰ ਕਦੇ ਵੀ ਜਿਹੜੇ ਦੂਜੇ ਦੇ ਨਾ ਸ਼ੁਭ ਗੁਣ ਬੁੱਧੀ ਰੂਪੀ ਨੇਤਰਾਂ ਦੇ ਨਾਲ ਨਜ਼ਰ ਨਹੀਂ ਆਉਂਦੇ ਹਨ। ਇੱਕੋ ਇੱਕ ਬਸ ਆਪਣੀ ਵਡਿਆਈ, ਆਪਣੀ ਸ਼ੋਭਾ ਦੁਨੀਆ ਦੇ ਵਿੱਚ ਹੀ ਦੇਖਣੀ ਚਾਹੁੰਦੇ ਹਨ। ਮਗ ਪ੍ਰਭ ਮਿਲਨ ਸੋ ਦੂਰ ਬਿਲੰਦ। ਵਿਦਿਆ ਦੇ ਹੰਕਾਰ ਦੇ ਵਿੱਚ ਆ ਕਰਕੇ ਜਿਹੜਾ ਭਗਵਾਨ ਨੂੰ ਮਿਲਣ ਦਾ ਮਾਰਗ ਹੈ ਉਸ ਤੋਂ ਤਾਂ ਪਰੇ ਦੂਰ ਨਿਕਲ ਗਏ ਹਨ। ਇਹ ਦੁਖ ਹਤਨ ਬੈਦ ਸਤਿਗੁਰ ਹੈ। ਇਹੋ ਜਿਹਾ ਜਿਹੜਾ ਹੰਕਾਰ ਰੂਪੀ ਦੁੱਖ ਹੈ ਨਾ, ਇਹਨੂੰ ਤਾਂ ਫਿਰ ਗੁਰੂ ਰੂਪੀ ਜਿਹੜੇ ਵੈਦ ਹੀ ਦੂਰ ਕਰ ਸਕਦੇ ਹਨ। ਔਖਦ ਬਾਕ ਬਸਾਈ ਜੇ ਉਰ ਹੈ। ਜਿਨ੍ਹਾਂ ਜਗਿਆਸੂਆਂ ਨੇ, ਜਿਨ੍ਹਾਂ ਵਿਦਵਾਨਾਂ ਨੇ ਦਵਾਈ ਰੂਪੀ ਬਚਨਾਂ ਨੂੰ ਆਪਣੇ ਹਿਰਦੇ ਦੇ ਅੰਦਰ ਕਿਤੇ ਵਸਾ ਲਿਆ, ਉਹਨਾਂ ਦੇ ਚਿੱਤ ਦੇ ਵਿੱਚੋਂ ਆ ਜਿਹੜਾ ਮਾਨ ਦਾ ਹੰਕਾਰ ਦੀ ਬੜੀ ਭੈੜੀ ਬਿਮਾਰੀ ਵੀ ਫਿਰ ਦੂਰ ਹੋ ਜਾਂਦੀ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਕਾਸ਼ੀ ਸ਼ਹਿਰ ਦੇ ਵਿੱਚ ਰਹਿਣ ਵਾਲੇ ਕਿਤਨੇ ਵੱਡੇ ਵੱਡੇ ਵਿਦਵਾਨਾਂ ਦਾ ਹੰਕਾਰ ਮਾਨ ਦੂਰ ਕੀਤਾ ਸੀ। ਵਿਪਰ ਜਾਤ ਉਰ ਵਿਦਿਆ ਮਦ ਹੈ। ਮਹਾਰਾਜ ਕਹਿਣ ਲੱਗੇ ਵੀ ਇਹਨਾਂ ਵਿਦਵਾਨਾਂ ਦੇ ਮਨ ਦੇ ਅੰਦਰ ਕੁਦਰਤੀ ਤੌਰ 'ਤੇ ਹੀ ਆਪਣੀ ਵਿਦਿਆ ਦਾ ਬੜਾ ਹੰਕਾਰ ਮਾਨ ਬੜਾ ਹੀ ਵੱਧ ਜਾਂਦਾ ਹੈ। ਜਾਂ ਤੇ ਅਧਿਕ ਅੰਧ ਦੋਏ ਗਦ ਹੈ। ਹੁਣ ਜਦੋਂ ਦੋ ਤਰ੍ਹਾਂ ਦਾ ਹੰਕਾਰ ਚਿੱਤ ਦੇ ਅੰਦਰ ਪੈ ਗਿਆ, ਇੱਕ ਤਾਂ ਵਿਦਿਆ ਪੜ੍ਹ ਲਈ, ਦੂਜੇ ਨੰਬਰ 'ਤੇ ਬ੍ਰਾਹਮਣ ਘਰ ਦੇ ਵਿੱਚ ਪੈਦਾ ਹੋ ਚੁੱਕੇ ਹਨ। ਸੋ ਇਸ ਕੋ ਦੁਖ ਹਤ ਹੈ ਬੁਲਾਵੋ। ਸਤਿਗੁਰੂ ਜੀ ਕਹਿ ਲੱਗਾ ਗੁਰਮੁਖਾ ਉਹਨੂੰ ਸਾਡੇ ਪਾਸ ਬੁਲਾ ਕਰਕੇ ਲਿਆ। ਇਹ ਜਿਹੜਾ ਹੰਕਾਰ ਰੂਪੀ ਦੁੱਖ ਇਹਦੇ ਹਿਰਦੇ ਦੇ ਅੰਦਰ ਬੜਾ ਹੀ ਪੈਦਾ ਹੋ ਚੁੱਕਿਆ ਹੈ। ਸਿੱਖ ਉਪਕਾਰ ਕਰਤ ਵਿਦਤਾਵੋ। ਸਤਿਗੁਰੂ ਜੀ ਕਹਿਣ ਲੱਗੇ ਜਿਹੜੇ ਗੁਰ ਸਿੱਖ ਪ੍ਰੇਮੀ ਉਹ ਤਾਂ ਦੂਸਰਿਆਂ ਦੇ ਉੱਪਰ ਪਰਉਪਕਾਰ ਹੀ ਕਰਿਆ ਕਰਦੇ ਹਨ। ਸੁਨ ਕਰ ਗਇਓ ਵਿਪਰ ਸੋ ਭਾਖਾ। ਸੁਣ ਕਰਕੇ ਗੁਰ ਸਿੱਖ ਮਹਾਰਾਜ ਦੇ ਪਾਸੋਂ ਉਸ ਵਿਦਵਾਨ ਪੰਡਤ ਦੇ ਪਾਸ ਚਲਿਆ ਗਿਆ ਸੀ। ਗੁਰ ਢਿਗ ਚੱਲੋ ਬੂਝ ਬਿਲਾਖਾ। ਕਹਿ ਲੱਗਿਆ ਪੰਡਤ ਜੀ ਜੋ ਵੀ ਤੁਹਾਡੇ ਮਨ ਦੇ ਵਿੱਚ ਕੋਈ ਇਹੋ ਜਿਹੇ ਸਵਾਲ ਜਵਾਬ ਪੁੱਛਣ ਦੇ ਲਈ ਵਿਚਾਰ ਪੈਦਾ ਹੋ ਗਈ ਹੈ, ਤੈਨੂੰ ਆਪ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਬੁਲਾ ਰਹੇ ਹਨ। ਸਭ ਤੁਝ ਕਹਿਬੋ ਜਾਏ ਸੁਨਾਇਓ। ਜੋ ਵੀ ਤੇਰੇ ਮਨ ਦੇ ਅੰਦਰ ਕੋਈ ਇਹੋ ਜਿਹਾ ਵਹਿਮ ਹੈ ਜੋ ਨਾ ਸੁਣ ਕਰਕੇ ਬੜੇ ਸ਼ੰਕੇ ਵੀ ਪੈਦਾ ਹੋ ਚੁੱਕੇ ਹਨ, ਸੁਨ ਸ੍ਰੀ ਪ੍ਰਭ ਨੇ ਨਿਕਟ ਬੁਲਾਇਓ। ਸੁਣ ਕਰਕੇ ਬਾਲਾ ਪ੍ਰੀਤਮ ਸਤਿਗੁਰੂ ਜੀ ਨੇ ਇਸ ਹੰਕਾਰੀ ਮਾਨੀ ਵਿਦਵਾਨ ਪੰਡਤ ਨੂੰ ਆਪਣੇ ਪਾਸ ਹੀ ਦੀਵਾਨ ਦੇ ਵਿੱਚ ਬੁਲਾ ਲਿਆ ਸੀ। ਇਮ ਸੁਨ ਵਿਪਰ ਚੌਂਪ ਕਰ ਚਾਲਾ। ਇਹ ਸੁਣ ਕਰਕੇ ਇਸ ਬ੍ਰਾਹਮਣ ਦੇ ਮਨ ਦੇ ਵਿੱਚ ਉਤਸ਼ਾਹ ਜਿਹਾ ਪੈਦਾ ਹੋ ਗਿਆ ਹੈ। ਸੰਸੈ ਪ੍ਰਸ਼ਨ ਵਿਚਾਰ ਵਿਸਾਲਾ। ਚਿੱਤ ਦੇ ਅੰਦਰ ਬੜੇ ਹੋ ਜੇ ਪ੍ਰਸ਼ਨ ਉੱਤਰ ਪੈਦਾ ਹੋਣ ਲੱਗ ਪਏ ਵੀ ਮੈਂ ਆ ਪੁੱਛੂੰ, ਮੈਂ ਫਲਾਣੇ ਸ਼ਲੋਕ ਦੇ ਸਤਿਗੁਰੂ ਜੀ ਦੇ ਪਾਸੋਂ ਆਪ ਬੈਠ ਕਰਕੇ ਉੱਤਰ ਸੁਣਨੇ ਹਨ। ਗਰਬਤ ਬੈਠਿਓ ਜਾਏ ਨਜੀਕਾ। ਜਦੋਂ ਵਿਦਿਆ ਔਰ ਜਾਤ ਦੇ ਹੰਕਾਰ ਦੇ ਨਾਲ ਭਰਿਆ ਹੋਇਆ ਇਹਨੇ ਮੱਥਾ ਦਾ ਭਾਵੇਂ ਉੱਪਰੋਂ ਹੀ ਬਾਲਾ ਪ੍ਰੀਤਮ ਨੂੰ ਟੇਕਿਆ ਸੀ। ਮਹਾਰਾਜ ਦੇ ਨੇੜੇ ਹੋ ਕਰਕੇ ਬੈਠ ਗਿਆ। ਸਤਿਗੁਰੂ ਜੀ ਵੀ ਮਰਜ਼ਾਦਾ ਪੁਰਸ਼ੋਤਮ ਨੇ, ਇੱਕ ਵਿਦਵਾਨ, ਦੂਜਾ ਬ੍ਰਾਹਮਣ ਹੋਣ ਦੇ ਕਾਰਨ ਇਹਦਾ ਸਤਿਗੁਰੂ ਜੀ ਨੇ ਮਾਨ ਸਤਿਕਾਰ ਵੀ ਕੀਤਾ ਹੈ। ਪਿੱਖ ਬੋਲੇ ਸੋਢੀ ਕੁਲ ਟੀਕਾ। ਸੋਢੀ ਕੁਲ ਦੇ ਸ਼੍ਰੋਮਣੀ ਬਾਲਾ ਪ੍ਰੀਤਮ ਆਪ ਇਸ ਲਾਲ ਚੰਦ ਵਿਦਵਾਨ
ਪੰਡਤ ਨੂੰ ਪੁੱਛਣ ਲੱਗੇ ਹਨ। ਕਹੋ ਦਿਜਬਰ ਕਿਆ ਬੂਝਿਓ ਚਹੈ। ਐ ਪੰਡਤ ਜੀ, ਐ ਦੇਵਤਾ ਜੀ ਤੋਂ ਗੀਤਾ ਦੇ ਪਰਥਾਏ ਸਾਤੋਂ ਕਿਹੜੇ ਕਿਹੜੇ ਪ੍ਰਸ਼ਨ ਪੁੱਛਣੇ ਚਾਹੁੰਦਾ ਹੈ। ਹੁਣ ਜਿਸ ਪ੍ਰਕਾਰ ਸਤਿਗੁਰੂ ਜੀ ਨੇ ਇਹਨੂੰ ਆਗਿਆ ਕਰਨੀ ਹੈ ਵੀ ਜੇ ਤੈਨੂੰ ਅਸੀਂ ਗੀਤਾ ਦੇ ਅਰਥ ਕਰਕੇ ਸੁਣਾ ਵੀ ਦਿੱਤੇ ਤਾਂ ਵੀ ਤੇਰੇ ਮਨ ਦੀ ਜਿਹੜੀ ਸ਼ੰਕਾ ਦੂਰ ਨਹੀਂ ਹੋਏਗੀ। ਹੁਣ ਜਿਸ ਪ੍ਰਕਾਰ ਇਹਨੇ ਛੱਜੂ ਚੀਵਰ ਨੂੰ ਪਿੰਡ ਦੇ ਵਿੱਚੋਂ ਫੜ ਕਰਕੇ ਲਿਆਉਣਾ ਹੈ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਹੋ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਵਡਭਾਗੇ ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਕਹੋ ਦਿਜਬਰ ਕਿਆ ਬੂਝਿਓ ਚਹੈ। ਬਿਦਤ ਬਤਾਵੋ ਜਿਮ ਚਿਤ ਅਹੈ। ਕਹੋ ਦਿਜਬਰ ਕਿਆ ਬੂਝਿਓ ਚਹੈ। ਬਿਦਤ ਬਤਾਵੋ ਜਿਮ ਚਿਤ ਅਹੈ। हे चौथे पार ब्रह्म अविनाशी अगनाश। हे पूर्ण सर्व में दुख भंजन ਗੁਣਤਾਸ। हे संगी हे निरंकार हे निर्गुण सब ਟੇਕ। हे गोविंद हे गौण दान जाके सदा ਵਿਵੇਕ। हे परम्पर हर हरे है पी ਵਨਹਾਰ। हे संता के सदा संग निर्धारा ਆਧਾਰ। हे ठाकरों दासरो मैं निर्गुण ਗੁਣ ਨਹੀਂ ਕੋਏ। नानक दीजै नाम दान रखो ही है ਪਰੋਏ। आए प्रभ शरणागति कृपा निध ਦਇਆਲ। एक अखर हर मन वस्त नानक होत ਨਿਹਾਲ। वाहिगुरु नाम जहाज है चढ़े सोतरे ਪਾਰ। जो शरदा कर सेम दे गुर ਪਾਰ ਉਤਾਰਨ ਹਾਰ। जो शरद कर सेम दे गुर ਪਾਰ उतारन